ਮਨੋਹਰ ਸ਼ੁਕਲਾ ਦਾ ਨਾਵਲ ਕਿਹਦਾ ਕਿਹਦਾ ਇਤਬਾਰ। ਸੇਠ ਰਾਮ ਦਿਆਲ ਨੂੰ ਲੱਗ ਰਿਹਾ ਸੀ ਕਿ ਉਹ ਕੋਮਲ ਦਾ ਜਿਸਮ ਸਮਾਜ ਦੇ ਕਥਿਤ ਲੋਕਾਂ ਅਤੇ ਸਰਕਾਰੀ ਅਫਸਰਾਂ ਮੂਹਰੇ ਪਰੋਸ ਕੇ ਇਸ ਸਭ ਦਾ ਪੂਰਾ ਲਾਹਾ ਖੱਟ ਰਿਹਾ ਸੀ। ਪਰ ਕੋਮਲ ਉਸ ਤੋਂ ਵੀ 4 ਕਦਮ ਅੱਗੇ ਨਿਕਲੀ। ਉਹ ਜਾਣਦੀ ਸੀ ਕਿ ਸੇਠ ਨੇ ਉਸਨੂੰ ਇੱਕ ਵੱਖਰੀ ਤਰ੍ਹਾਂ ਦੀ ਤਵਾਇਫ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਅਗਾਂਹ ਉਸਦਾ ਸੋਚਣਾ ਸੀ ਕਿ ਜਦੋਂ ਉਹ ਤਵਾਇਫ ਬਣ ਹੀ ਗਈ ਸੀ ਤਾਂ ਇਸ ਸਾਰੇ ਦਾ ਵਾਧੂ ਰੂਪ ਵਜੋਂ ਲਾਭ ਕਿਉਂ ਨਾ ਲਿਆ ਜਾਵੇ। ਇਸ ਲਈ ਉਹਨੇ ਕੁਝ ਇਸ ਤਰ੍ਹਾਂ ਨਾਲ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਜਿੱਥੇ ਵੀ ਸੇਠ ਰਾਮ ਦਿਆਲ ਉਹਨੂੰ ਕੰਮ ਕਢਵਾਉਣ ਲਈ ਭੇਜਦਾ, ਉਸ ਨਾਲ ਉਹਨੇ ਬਾਅਦ ਵਿੱਚ ਵੀ ਸੰਬੰਧ ਬਣਾਏ ਰੱਖੇ। ਇਸ ਦਾ ਲਾਭ ਉਸਨੂੰ ਇਹ ਹੋਇਆ ਕਿ ਸ਼ਹਿਰ ਦੇ ਅਨੇਕ ਵੱਡੇ ਲੋਕਾਂ ਅਤੇ ਅਧਿਕਾਰੀਆਂ ਵਗੈਰਾ ਨਾਲ ਉਸਦੀ ਸਿੱਧੀ ਜਾਣ ਪਛਾਣ ਹੋਣ ਲੱਗੀ ਸੀ। ਇਹਨਾਂ ਜ਼ਰੀਏ ਅੱਗੇ ਉਹਨਾਂ ਦੇ ਜਾਣ ਪਛਾਣ ਵਾਲਿਆਂ ਨਾਲ ਵੀ ਉਸਦਾ ਉੱਠਣਾ ਬੈਠਣਾ ਹੋ ਗਿਆ। ਹੌਲੀ ਹੌਲੀ ਉਹ ਇਹਨਾਂ ਲੋਕਾਂ ਦੇ ਇੰਨਾ ਨਜ਼ਦੀਕ ਹੁੰਦੀ ਗਈ ਕਿ ਉਹਨਾਂ ਚੋਂ ਕਈਆਂ ਦੀਆਂ ਕਈਆਂ ਕਮਜ਼ੋਰੀਆਂ ਵੀ ਉਸਦੇ ਹੱਥ ਲੱਗ ਗਈਆਂ, ਜਿਨ੍ਹਾਂ ਨੂੰ ਉਸਨੇ ਆਪਣੇ ਪੱਲੂ ਨਾਲ ਬੰਨ੍ਹ ਲਿਆ ਸੀ। ਹੁਣ ਕੋਮਲ ਨੂੰ ਪੈਸਿਆਂ ਦੀ ਵੀ ਇੰਨੀ ਲਾਲਸਾ ਨਹੀਂ ਰਹਿ ਗਈ ਸੀ। ਅੱਗੇ ਉਸਦੀ ਇਹੋ ਪ੍ਰਬਲ ਇੱਛਾ ਸੀ ਕਿ ਕਿਵੇਂ ਉਹ ਸੇਠ ਰਾਮ ਦਿਆਲ ਦੇ ਚੰਗੁਲ ਚੋਂ ਨਿਕਲ ਜਾਏ। ਉਸਨੇ ਇੱਕ ਯੋਜਨਾ ਬਣਾਈ ਜਿਸ ਨੂੰ ਹੂਬਹੂ ਲਾਗੂ ਕਰਨ ਵਿੱਚ ਉਸਦੇ ਇਹਨਾਂ ਰਸੂਖਦਾਰਾਂ ਨੇ ਵੀ ਸਾਥ ਨਿਭਾਇਆ। ਇਸ ਯੋਜਨਾ ਅਧੀਨ ਉਸਨੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਲਈ ਇੱਕ ਸਕੂਲ ਖੋਲ੍ਹ ਲਿਆ। ਹਾਲਾਂਕਿ ਇਹ ਸਭ ਦਿਖਾਵੇ ਲਈ ਸੀ। ਵੇਸਵਾ ਵ੍ਰਿਤੀ ਦੀ ਜਿਸ ਗਰਤ 'ਚ ਉਹ ਚਲੀ ਗਈ ਸੀ, ਉਸ ਤੋਂ ਨਿਕਲ ਸਕਣਾ ਹੁਣ ਇੰਨਾ ਆਸਾਨ ਨਹੀਂ ਰਹਿ ਗਿਆ ਸੀ। ਪਰ ਉਸਦਾ ਇਹ ਸੋਚਣਾ ਸੀ ਕਿ ਜਿੰਨੇ ਪਾਪ ਉਹ ਕਰ ਚੁੱਕੀ ਸੀ ਜਾਂ ਕਰ ਰਹੀ ਸੀ, ਸਕੂਲ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਉਣ ਨਾਲ ਉਸਦੀ ਤਰਫੋਂ ਕੁਝ ਤਾਂ ਪਛਤਾਵਾ ਘਟੇਗਾ। ਇਸ ਤਰ੍ਹਾਂ ਨਾਲ ਉਸਦਾ ਸਕੂਲ ਇੱਕ ਗਰੀਬ ਬਸਤੀ ਵਿੱਚ ਖੁੱਲ੍ਹ ਗਿਆ, ਜਿੱਥੇ 4-5 ਘੰਟੇ ਗਰੀਬ ਵਿਦਿਆਰਥੀਆਂ ਨੂੰ ਉਹ ਮੁਫਤ ਤਾਲੀਮ ਦੇਣ ਜਾਇਆ ਕਰਦੀ ਸੀ। ਇੱਥੇ ਉਸਨੇ ਆਪਣਾ ਨਾਂ ਰੱਖ ਲਿਆ ਸੀ ਕੁਮਾਰੀ ਗੀਤਾ ਭਾਰਤੀ। ਹਾਲਾਂਕਿ ਸਕੂਲ ਵਿੱਚ ਆਉਣ ਵਾਲੇ ਤਮਾਮ ਬੱਚੇ ਉਸਨੂੰ ਦੀਦੀ ਕਹਿ ਕੇ ਬੁਲਾਉਣ ਲੱਗੇ ਸਨ। ਦਿਨ ਭਰ ਕੋਮਲ ਕੁਝ ਵੀ ਕਰਦੀ, ਇਹ 4 ਘੰਟੇ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਲਗਾਉਣ ਨਾਲ ਉਹਨੂੰ ਜੋ ਰਾਹਤ ਮਿਲਦੀ ਉਸਦਾ ਕੋਈ ਤੋੜ ਨਹੀਂ ਸੀ। ਸੇਠ ਰਾਮ ਦਿਆਲ ਤੋਂ ਹੁਣ ਉਹ ਪਿਛਾਂਹ ਹਟਣ ਲੱਗੀ ਸੀ। ਉਸਦਾ ਦਿਵਾਇਆ ਹੋਇਆ ਫਲੈਟ ਵੀ ਛੱਡ ਕੇ ਉਹ ਕਿਤੇ ਹੋਰ ਕਿਰਾਏ ਤੇ ਰਹਿਣ ਲੱਗੀ ਸੀ। ਜੋ ਪੈਸਾ ਉਸਨੇ ਜਮ੍ਹਾਂ ਕੀਤਾ ਸੀ, ਉਸਨੂੰ ਵੀ ਉਹ ਗਰੀਬਾਂ ਦੀ ਭਲਾਈ ਲਈ ਖਰਚ ਕਰਨ ਵਿੱਚ ਜ਼ਿਆਦਾ ਸਕੂਨ ਮਹਿਸੂਸ ਕਰਿਆ ਕਰਦੀ ਸੀ। ਸੇਠ ਨੂੰ ਵੀ ਅੱਗੇ ਇਸ ਗੱਲ ਦਾ ਅਹਿਸਾਸ ਹੋ ਚੱਲਿਆ ਸੀ ਕਿ ਹੁਣ ਉਸ ਲਈ ਕੋਮਲ ਨੂੰ ਆਪਣੇ ਜਾਲ 'ਚ ਉਲਝਾਈ ਰੱਖਣਾ ਆਸਾਨ ਨਹੀਂ ਰਹਿ ਗਿਆ ਸੀ। ਉਸ ਨਾਲ ਹਮਦਰਦੀ ਬਣਾਏ ਰੱਖਣ ਵਾਲੇ ਲੋਕਾਂ ਦੀ ਇੱਕ ਐਸੀ ਜਮਾਤ ਖੜੀ ਹੋ ਗਈ ਸੀ ਜਿਸ ਦਾ ਵਿਰੋਧ ਕਰਨ ਦੀ ਤਾਕਤ ਉਸ ਵਿੱਚ ਨਹੀਂ ਸੀ। ਉਂਝ ਵੀ ਉਸਨੇ ਬਹੁਤ ਧਨ ਕਮਾ ਲਿਆ ਸੀ, ਇਸ ਲਈ ਉਹ ਖੁਦ ਵੀ ਆਹਿਸਤਾ ਪਿਛਾਂਹ ਹਟਣ ਲੱਗਾ ਸੀ। ਇੱਕ ਦਿਨ ਕੋਮਲ ਸੇਠ ਰਾਮ ਦਿਆਲ ਦੇ ਚੰਗੁਲ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਈ। ਹੁਣ ਉਸਨੇ ਆਪਣੀ ਵੱਖਰੀ ਸਮਾਜਿਕ ਸੰਸਥਾ ਖੋਲ੍ਹ ਲਈ ਸੀ, ਨਿਆਂ ਦੀ ਆਸ। ਇਸ ਤਹਿਤ ਉਹ ਅਨਿਆਂ ਦਾ ਸ਼ਿਕਾਰ ਹੋਈਆਂ ਕੁੜੀਆਂ ਅਤੇ ਔਰਤਾਂ ਦੀ ਮਦਦ ਕਰਦੀ ਸੀ। ਉਹਨਾਂ ਨੂੰ ਸ਼ੋਸ਼ਿਤ ਹੋਣ ਤੋਂ ਬਚਾਉਂਦੀ ਸੀ, ਹਾਲਾਂਕਿ ਉਸਦਾ ਖੁਦ ਦਾ ਹਜੇ ਤੱਕ ਪੂਰੀ ਤਰ੍ਹਾਂ ਸ਼ੋਸ਼ਣ ਹੋ ਰਿਹਾ ਸੀ। ਸ਼ਹਿਰ ਦੇ ਤਮਾਮ ਕਥਿਤ ਵੱਡੇ ਲੋਕ ਅਤੇ ਸਰਕਾਰੀ ਅਧਿਕਾਰੀ ਉਸਦੇ ਸੰਪਰਕ ਵਿੱਚ ਸਨ, ਜਿਨ੍ਹਾਂ ਦੀ ਮਦਦ ਦੇ ਬਗੈਰ ਉਸ ਲਈ ਆਪਣੀ ਸਮਾਜਿਕ ਸੰਸਥਾ ਚਲਾ ਪਾਉਣਾ ਸੰਭਵ ਹੀ ਨਹੀਂ ਸੀ। ਇਹਨਾਂ 'ਚੋਂ ਕਈਆਂ ਨਾਲ ਉਸਨੂੰ ਹਜੇ ਵੀ ਰਾਤਾਂ ਰੰਗੀਨ ਕਰਨੀਆਂ ਪੈਂਦੀਆਂ ਸਨ। ਜਿੰਨੀ ਦਿਨੀ ਕੋਮਲ ਦਾ ਮਿਸਕੈਰੇਜ ਹੋਇਆ ਸੀ, ਤਦੇ ਡਾਕਟਰਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਅੱਗੋਂ ਉਹ ਕਦੇ ਵੀ ਮਾਂ ਨਹੀਂ ਬਣ ਸਕੇਗੀ, ਮਤਲਬ ਉਸਨੂੰ ਕਦੇ ਗਰਭ ਨਹੀਂ ਠਹਿਰ ਸਕਦਾ। ਹੁਣ ਤਾਂ ਇਸ ਸਭ ਦਾ ਫਾਇਦਾ ਹੋ ਰਿਹਾ ਸੀ। ਅੱਗੇ ਉਹ ਨਾ ਤਾਂ ਵਿਆਹ ਕਰਕੇ ਘਰ ਵਸਾਉਣਾ ਚਾਹੁੰਦੀ ਸੀ ਅਤੇ ਨਾ ਹੀ ਬੱਚਾ ਪੈਦਾ ਕਰਕੇ ਮਾਂ ਖਵਾਉਣ ਦੀ ਕੋਈ ਚਾਹਤ ਉਸ ਵਿੱਚ ਰਹੀ ਸੀ। ਉਹ ਤਾਂ ਇੱਕ ਆਜ਼ਾਦ ਪੰਛੀ ਸੀ। ਉਸਦਾ ਸੋਚਣਾ ਵੀ ਇਹੋ ਸੀ ਕਿ ਜਿੰਨਾ ਉਹ ਉੱਡ ਸਕਦੀ ਹੈ ਉੱਡੇਗੀ। ਜਿਸ ਰੋਜ਼ ਉਸਦੇ ਖੰਭਾਂ ਦੀ ਤਾਕਤ ਛਿਨ ਗਈ ਤਾਂ ਉਹ ਆਪਣੀ ਤਰਫ ਆਉਂਦੀ ਮੌਤ ਦਾ ਖੁਸ਼ੀ ਨਾਲ ਸਵਾਗਤ ਕਰੇਗੀ।
ਇਸ ਤਰ੍ਹਾਂ ਇੱਕ ਦਿਨ ਉਸਦੀ ਰਾਮ ਕਹਾਣੀ ਵੀ ਖਤਮ ਹੋ ਜਾਏਗੀ। ਪਹਿਲਾਂ ਉਹ ਕੋਮਲ ਬਣੀ, ਫਿਰ ਮਿੱਠੀ ਮੇਮ ਸਾਹਿਬ ਅਤੇ ਹੁਣ ਕੁਮਾਰੀ ਗੀਤਾ ਭਾਰਤੀ। ਜਦੋਂ ਲੋਕੀ ਕੋਮਲ ਅਤੇ ਮਿੱਠੀ ਵਗੈਰਾ ਨੂੰ ਭੁੱਲ ਗਏ ਤਾਂ ਉਹਨਾਂ ਨੂੰ ਇਸ ਕੁਮਾਰੀ ਗੀਤਾ ਭਾਰਤੀ ਨੂੰ ਭੁਲਾਉਣ 'ਚ ਕੀ ਦੇਰ ਲੱਗੀ ਹੈ, ਕੋਮਲ ਸੋਚਿਆ ਕਰਦੀ। ਉਂਝ ਵੀ ਉਸਨੂੰ ਹੁਣ ਇਹੋ ਜਾਪਦਾ ਸੀ ਕਿ ਇੱਕ ਬੇਮਤਲਬ ਜਿਹੀ ਜ਼ਿੰਦਗੀ ਜਿਉਂਦਿਆਂ ਉਹ ਖੁਦ ਨੂੰ ਧੋਖਾ ਦੇਣ ਦਾ ਹੀ ਯਤਨ ਕਰ ਰਹੀ ਹੈ। ਅੱਗੇ ਉਸਨੂੰ ਇਸ ਸਭ ਤੋਂ ਕੁਝ ਨਸੀਬ ਨਹੀਂ ਹੋਣ ਵਾਲਾ। ਇੰਨਾ ਹੈ ਕਿ ਉਸਨੂੰ ਭੁੱਖਿਆ ਨਹੀਂ ਮਰਨਾ ਪੈ ਰਿਹਾ। ਹਜੇ ਤੱਕ ਤਾਂ ਉਸਦੀ ਇਹੋ ਇੱਕ ਉਪਲਬਧੀ ਹੈ, ਆਪਣਾ ਢਿੱਡ ਭਰਨ ਦਾ ਇੰਤਜ਼ਾਮ ਉਸਨੇ ਕਰ ਲਿਆ ਹੈ। ਪਰ ਹੋ ਰਿਹਾ ਸੀ ਇਹਦੇ ਉਲਟ। ਉਸਦੀ ਸੰਸਥਾ ਨਿਆਂ ਦੀ ਆਸ ਦਿਨ ਪ੍ਰਤੀ ਦਿਨ ਕਾਫੀ ਰਫ਼ਤਾਰ ਨਾਲ ਮਕਬੂਲੀਅਤ ਹਾਸਲ ਕਰਦੀ ਜਾ ਰਹੀ ਸੀ। ਪਹਿਲਾਂ ਸੈਂਕੜਿਆਂ, ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਕੇ ਇਸ ਸੰਸਥਾ ਨੂੰ ਰੋਜ਼ਮਰਾ ਦੀ ਤਰ੍ਹਾਂ ਹੀ ਲਗਾਤਾਰ ਦਾਨ ਦੇਣ ਲੱਗੇ ਸਨ। ਸੰਸਥਾ ਦੀ ਸੰਚਾਲਕ ਕੁਮਾਰੀ ਗੀਤਾ ਭਾਰਤੀ ਦੇ ਬਾਰੇ ਵਿੱਚ ਇਹ ਗੱਲ ਹਰ ਥਾਂ ਫੈਲ ਗਈ ਸੀ ਕਿ ਦੁਖੀਆਂ ਦੀ ਸੇਵਾ ਲਈ ਉਸਨੇ ਤਾਉਮਰ ਵਿਆਹ ਨਾ ਕਰਾਉਣ ਦਾ ਤਹਈਆ ਕੀਤਾ ਹੋਇਆ ਹੈ। ਸ਼ਹਿਰ ਦੇ ਸਲਮ ਇਲਾਕੇ ਵਿੱਚ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਲਈ ਉਹ ਹੁਣ ਵੀ ਉੱਥੇ ਨਿਯਮਿਤ ਰੂਪ ਨਾਲ ਜਾਂਦੀ ਸੀ। ਉੱਥੇ ਉਹ ਹੁਣ ਵੀ ਸਾਰਿਆਂ ਦੀ ਪਿਆਰੀ ਦੀਦੀ ਸੀ। ਆਉਣ ਵਾਲੇ ਕੁਝ ਸਾਲਾਂ ਵਿੱਚ ਕੋਮਲ ਦੀ ਜਿਵੇਂ ਜ਼ਿੰਦਗੀ ਹੀ ਬਦਲ ਗਈ। ਇੱਕ ਨੇਕ ਕੰਮ ਲਈ ਸਮਾਜ ਦੇ ਸਹੀ ਤੇ ਨੇਕ ਬੰਦੇ ਅੱਗੇ ਆ ਕੇ ਉਸਦੇ ਮੂਹਰੇ ਦੌਲਤ ਦਾ ਜ਼ਖੀਰਾ ਲਗਾਉਣ ਲੱਗੇ ਸਨ। ਇਨ੍ਹਾਂ ਸਾਲਾਂ ਵਿੱਚ ਸੋਸ਼ਲ ਵਰਕਰ ਦੇ ਰੂਪ ਵਜੋਂ ਕੁਮਾਰੀ ਗੀਤਾ ਭਾਰਤੀ ਦੀ ਛੱਬ ਇਸ ਕਦਰ ਉਭਰੀ ਸੀ ਕਿ ਕੋਈ ਉਸਨੂੰ ਸ਼ੋਸ਼ਿਤ ਕਰਨ ਦਾ ਸੋਚ ਵੀ ਨਹੀਂ ਸਕਦਾ ਸੀ। ਅੱਗੇ ਉਸਨੇ ਆਪਣਾ ਗੈਟਅਪ ਵੀ ਪੂਰੀ ਤਰ੍ਹਾਂ ਬਦਲ ਲਿਆ ਸੀ। ਕੇਸ ਕਟਵਾ ਕੇ ਪਹਿਲਾਂ ਨਾਲੋਂ ਕਾਫੀ ਛੋਟੇ ਕਰ ਲਏ ਸਨ। ਸਫੇਦ ਸਾੜੀ, ਬਲਾਊਜ਼ ਅਤੇ ਸਫੇਦ ਹੀਲ ਦੇ ਸੈਂਡਲ ਨਾਲ ਉਹ ਹਮੇਸ਼ਾ ਅੱਖਾਂ ਤੇ ਕਾਲੇ ਰੰਗ ਦਾ ਚਸ਼ਮਾ ਚੜਾਈ ਰੱਖਦੀ ਸੀ। ਨਿਆਂ ਦੀ ਆਸ ਦਾ ਜਿੱਥੇ ਪਹਿਲਾ ਵਕਤ ਇੱਕ ਕਮਰੇ ਵਿੱਚ ਦਫ਼ਤਰ ਸੀ, ਉੱਥੇ ਹੁਣ ਇਸ ਦੀ 3 ਮੰਜ਼ਿਲਾ ਇਮਾਰਤ ਬਣ ਚੁੱਕੀ ਸੀ। ਕੁਮਾਰੀ ਗੀਤਾ ਭਾਰਤੀ ਦੇ ਰੂਪ ਵਿੱਚ ਕੋਮਲ ਹੁਣ ਨਿਹਾਇਤ ਹੀ ਬਿਜੀ ਹੋ ਗਈ ਸੀ। ਅਖਬਾਰ ਵਾਲੇ ਉਸਦਾ ਇੰਟਰਵਿਊ ਛਾਪਣ ਲਈ ਉਤਾਵਲੇ ਰਹਿੰਦੇ ਸਨ। ਉਂਝ ਪਹਿਲਾਂ ਹੀ ਉਸਤੇ ਕਾਫੀ ਕੁਝ ਪ੍ਰਕਾਸ਼ਿਤ ਵੀ ਹੋ ਰਿਹਾ ਸੀ। ਟੈਲੀਵਿਜ਼ਨ ਦਾ ਉਹ ਜ਼ਮਾਨਾ ਸੀ ਨਹੀਂ। ਰੇਡੀਓ ਤੇ ਉਸਦਾ ਕਈ ਦਫਾ ਇੰਟਰਵਿਊ ਆ ਚੁੱਕਾ ਸੀ। ਇਨ੍ਹਾਂ ਸਾਲਾਂ 'ਚ ਰਾਗਨੀ, ਮਾਂ ਅਤੇ ਪਿਤਾ ਜੀ ਦੇ ਬਾਰੇ ਵਿੱਚ ਕਦੇ ਕੋਈ ਸਮਾਚਾਰ ਕੋਮਲ ਨੂੰ ਨਹੀਂ ਮਿਲਿਆ ਸੀ। ਨਾ ਹੀ ਉਸਨੇ ਕਦੇ ਆਪਣੇ ਜ਼ਖਮਾਂ ਨੂੰ ਕੁਰੇਦਣ ਦੀ ਭੁੱਲ ਕੀਤੀ। ਫਿਰ ਉਹ ਉਹਨਾਂ ਲੋਕਾਂ ਨੂੰ ਆਪਣੀ ਸ਼ਕਲ ਦਿਖਾਉਣ ਦੇ ਲਾਇਕ ਸੀ ਵੀ ਕਿੱਥੇ। ਉਸਨੂੰ ਹਜੇ ਵੀ ਸ਼ੰਕਾ ਸੀ ਕਿ ਜੇਕਰ ਉਹ ਕਦੇ ਉਹਨਾਂ ਲੋਕਾਂ ਦੇ ਸਾਹਮਣੇ ਪੈ ਗਈ ਤਾਂ ਉਹ ਉਹਨੂੰ ਮੁਆਫ ਕਰਨ ਦੀ ਬਜਾਏ ਉਸਦਾ ਗਲਾ ਘੋਟ ਕੇ ਮਾਰ ਦੇਣਗੇ। ਪਰ ਐਸੀ ਸਥਿਤੀ ਕਦੇ ਬਣੀ ਹੀ ਨਹੀਂ। ਅਗਲਾ ਅੰਕ। ਉਸ ਰੋਜ਼ ਕੋਮਲ ਆਪਣੀ ਸੰਸਥਾ ਦੇ ਦਫ਼ਤਰ ਵਿੱਚ ਬੈਠੀ ਕੁਮਾਰੀ ਗੀਤਾ ਭਾਰਤੀ ਦੇ ਨਾਂ ਨਾਲ ਆਪਣੀ ਆਪੜੀ ਡਾਕ ਦੇਖ ਰਹੀ ਸੀ। ਹਾਲੇ ਉਸਨੇ ਕੁਝ ਇੱਕ ਚਿੱਠੀਆਂ ਹੀ ਪੜ੍ਹੀਆਂ ਹੋਣਗੀਆਂ ਕਿ ਚਪੜਾਸੀ ਨੇ ਇੱਕ ਵਿਜ਼ਿਟਿੰਗ ਕਾਰਡ ਉਸਦੇ ਸਾਹਮਣੇ ਰੱਖਦਿਆਂ ਦੱਸਿਆ, ਅਖਬਾਰ ਨਸੀਬ ਹਨ, ਇੰਟਰਵਿਊ ਕਰਨ ਲਈ ਕਹਿ ਰਹੇ ਹਨ। ਠੀਕ ਹੈ, ਦੱਸਦੀ ਹਾਂ ਹਜੇ, ਕੋਮਲ ਨੇ ਜਵਾਬ ਚਾਕਿਆ। ਚਪੜਾਸੀ ਬਾਹਰ ਚਲਾ ਗਿਆ। ਵਿਜ਼ਿਟਿੰਗ ਕਾਰਡ ਹਜੇ ਤੱਕ ਕੋਮਲ ਦੇ ਹੱਥ ਵਿੱਚ ਸੀ। ਉਸਨੇ ਇਹਨੂੰ ਦੇਖਣਾ ਸ਼ੁਰੂ ਕੀਤਾ। ਇਸ ਤੇ ਲਿਖਿਆ ਸੀ, ਅਨਿਲ ਕੁਮਾਰ, ਵਿਸ਼ੇਸ਼ ਸੰਵਾਦਦਾਤਾ। ਹੇਠਾਂ ਅਖਬਾਰ ਦਾ ਨਾਂ ਉਭਰਿਆ ਹੋਇਆ ਸੀ, ਦੈਨਿਕ ਨਾਰਾਇਣਪੁਰ ਸਮਾਚਾਰ। ਅਨਿਲ ਕੁਮਾਰ ਨਾਂ ਕੋਮਲ ਨੂੰ ਬੜਾ ਜਾਣਿਆ ਪਛਾਣਿਆ ਮਹਿਸੂਸ ਹੋਇਆ, ਪਰ ਇੱਕਦਮ ਨਾਲ ਐਸਾ ਕੁਝ ਯਾਦ ਵੀ ਨਾ ਆਇਆ ਕਿ ਉਸਨੇ ਇਹ ਨਾਂ ਕਦੋਂ ਅਤੇ ਕਿੱਥੇ ਸੁਣਿਆ ਸੀ। ਉਹ ਉਸ ਵੇਲੇ ਕਾਫੀ ਮਸ਼ਗੂਲ ਸੀ। ਉਂਝ ਵੀ ਪ੍ਰੈਸ ਵਾਲਿਆਂ ਨਾਲ ਗੱਲ ਕਰਨ ਦੇ ਮੂਡ ਵਿੱਚ ਨਹੀਂ ਸੀ। ਤਦ ਵੀ ਪਤਾ ਨਹੀਂ ਕਿਉਂ ਉਸ ਲਮਹੇ ਉਸਦੇ ਜ਼ਿਹਨ ਵਿੱਚ ਕੀ ਆਇਆ ਕਿ ਉਸਨੇ ਇਸ ਪੱਤਰਕਾਰ ਨੂੰ ਅੰਦਰ ਸੱਦ ਲਿਆ। ਉਹ ਆਇਆ ਤਾਂ ਉਸਦੀ ਸੂਰਤ ਵੀ ਕੋਮਲ ਨੂੰ ਜਾਣੀ ਪਛਾਣੀ ਲੱਗੀ, ਪਰ ਇੱਕਦਮ ਨਾਲ ਹਜੇ ਵੀ ਉਸਨੂੰ ਯਾਦ ਕੁਝ ਨਹੀਂ ਆਇਆ। ਇਸ ਗੱਲ ਨੂੰ ਉਹ ਪੱਤਰਕਾਰ ਵੀ ਤਾੜ ਗਿਆ ਸੀ ਕਿ ਮੂਹਰੇ ਬੈਠੀ ਔਰਤ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ, ਮਗਰ ਪਛਾਣ ਨਹੀਂ ਸੀ ਪਾ ਰਹੀ। ਨਮਸਤੇ ਮੈਡਮ ਦੀ ਆਵਾਜ਼ ਤੇ ਕੋਮਲ ਨੇ ਉਸਨੂੰ ਬੈਠਣ ਲਈ ਆਖਿਆ। ਫਿਰ ਕਹਿਣ ਲੱਗੀ, ਹਾਂਜੀ ਆਖੋ। ਕੁਝ ਕਹਿਣ ਦੀ ਥਾਂ ਪੱਤਰਕਾਰ ਨੇ ਪੁੱਛ ਹੀ ਲਿਆ,
मैडम तुसी कुमारी गीता भारती हो? जी हाँ मैं ही हाँ। ਵੇਖੋ ਇੰਟਰਵਿਊ ਵਗੈਰਾ ਤਾਂ ਇਸ ਹਫਤੇ ਵਿੱਚ ਨਹੀਂ ਹੋ ਪਾਏਗਾ। ਤੁਸੀਂ ਨੈਕਸਟ ਵੀਕ ਇਸੇ ਦਿਨ ਇਸੇ ਸਮੇਂ ਆ ਜਾਇਓ। ਕੋਈ ਹੋਰ ਕੰਮ ਹੈ ਤਾਂ ਆਖੋ। ਹਾਂ ਹਾਂ ਕੰਮ ਤਾਂ ਹੋਰ ਹੀ ਹੈ। ਆਖੋ ਫਿਰ ਬਿਨਾਂ ਸੰਕੋਚ ਕੀਤਿਆਂ। ਕੀ ਲੋੜ ਪੈ ਗਈ ਮੇਰੀ? ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਸਾਂ ਨੂੰ ਕੁਮਾਰੀ ਗੀਤਾ ਭਾਰਤੀ ਮੰਨਣ ਤੋਂ ਇਨਕਾਰ ਕਰਦਾ ਹਾਂ। ਉਹ ਕਿਉਂ ਮੇਰੇ ਭਾਈ? ਦੇਖੋ ਮੇਰੇ ਲਈ ਤੁਹਾਡੇ ਮੂੰਹ ਤੋਂ ਭਰਾ ਨਿਕਲਿਆ ਹੈ ਨਾ, ਤਾਂ ਇਸੇ ਰਿਸ਼ਤੇ ਤੋਂ ਹੀ ਮੈਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਚਲੋ ਕੋਈ ਗੱਲ ਨਹੀਂ, ਤੁਹਾਡਾ ਵਕਤ ਬਹੁਤ ਕੀਮਤੀ ਹੈ। ਮੈਂ ਖੁਦ ਹੀ ਦੱਸ ਦਿੰਦਾ ਹਾਂ ਕੋਮਲ ਜੀ ਕਿ ਮੈਂ ਰਾਏਗੜ੍ਹ ਵਿੱਚ ਤੁਹਾਡੇ ਲੋਕਾਂ ਦੇ ਗੁਆਂਢ ਵਿੱਚ ਰਹਿਣ ਵਾਲੀ ਮਿਸਿਸ ਸਰਲਾ ਦਾ ਪੁੱਤਰ ਹਾਂ। ਓ ਮਾਈ ਗੋਡ ਅਨਿਲ, ਕਿੰਨਾ ਬਦਲ ਗਿਆ ਹੈ ਤੂੰ। ਅਨਿਲ ਦੇ ਮੂੰਹ ਤੋਂ ਇਹ ਜੁਮਲੇ ਨਿਕਲਣ ਦੀ ਹੀ ਦੇਰ ਸੀ ਕਿ ਕੋਮਲ ਆਪਣੀ ਕੁਰਸੀ ਤੋਂ ਉੱਠੀ, ਫਿਰ ਤੇਜ਼ ਕਦਮਾਂ ਨਾਲ ਜਾ ਕੇ ਦਫ਼ਤਰ ਤੋਂ ਬਾਹਰ ਨਿਕਲਣ ਵਾਲਾ ਦਰਵਾਜ਼ਾ ਬੰਦ ਕਰ ਆਈ। ਵਾਪਸ ਆ ਕੇ ਉਹ ਫਿਰ ਤੋਂ ਕੁਰਸੀ ਤੇ ਬੈਠੀ ਅਤੇ ਰੋਂਦੀ ਆਵਾਜ਼ ਨਾਲ ਕਹਿਣ ਲੱਗੀ, ਪਲੀਜ਼ ਅਨਿਲ, ਪਿਛਲੀ ਜ਼ਿੰਦਗੀ ਦੇ ਬਾਰੇ ਵਿੱਚ ਕੋਈ ਗੱਲ ਨਾ ਕਰਨਾ, ਕੁਝ ਵੀ ਨਾ ਪੁੱਛਣਾ ਵੀਰ। ਨਹੀਂ ਪੁੱਛਾਂਗਾ, ਪਰ ਕੁਝ ਦੱਸ ਵੀ ਤਾਂ ਸਕਦਾ ਹਾਂ ਕਿ ਅਨਿਲ ਨੇ ਆਖਿਆ ਤਾਂ ਉਸਦੀ ਆਵਾਜ਼ 'ਚ ਬਹੁਤ ਦਰਦ ਸੀ, ਨਾਲ ਹੀ ਇੱਕ ਅਜੀਬ ਜਿਹਾ ਭੇਤ ਵੀ ਸੀ। ਹੁਣ ਤੱਕ ਕੋਮਲ ਦੀਆਂ ਅੱਖਾਂ ਵਹਿਣੀਆਂ ਸ਼ੁਰੂ ਹੋ ਚੁੱਕੀਆਂ ਸਨ। ਕਾਲਾ ਚਸ਼ਮਾ ਉਹਨੇ ਪਹਿਲਾਂ ਹੀ ਉਤਾਰ ਦਿੱਤਾ ਸੀ। ਰੁਮਾਲ ਨਾਲ ਅੱਖਾਂ ਸਾਫ਼ ਕਰਦਿਆਂ ਉਸਨੇ ਅਨਿਲ ਨੂੰ ਪੁੱਛਿਆ, ਕੀ ਦੱਸਣਾ ਚਾਹੋਗੇ? ਇਹੋ ਕਿ ਤੁਹਾਡੇ ਵਿਸ਼ਵਾਸਘਾਤ ਤੋਂ ਬਾਅਦ ਤੁਹਾਡੇ ਮਾਪਿਆਂ ਨੇ ਖੁਦਕੁਸ਼ੀ ਕਰ ਲਈ ਸੀ। ਤੁਹਾਡੀ ਦੀਦੀ ਆਪਣੇ ਕੁਝ ਕੁ ਦਿਨਾਂ ਦੇ ਬੱਚੇ ਨੂੰ ਲੈ ਕੇ ਅਚਾਨਕ ਲਾਪਤਾ ਹੋ ਗਈ ਸੀ। ਇਸ ਦਾ ਕਸੂਰਵਾਰ ਮੈਂ ਖੁਦ ਨੂੰ ਮੰਨਦਾ ਹਾਂ। ਗਾਇਬ ਹੋਣ ਤੋਂ 2 ਦਿਨ ਪਹਿਲਾਂ ਰਾਗਨੀ ਦੀਦੀ ਨੇ ਮੈਨੂੰ ਨਰਾਇਣਪੁਰ ਭੇਜਿਆ ਸੀ। ਉਸ ਨੂੰ ਸ਼ਾਇਦ ਤੁਹਾਡੇ ਤੇ ਸ਼ੱਕ ਹੋ ਚੱਲਿਆ ਸੀ। ਇਸੇ ਸਭ ਦਾ ਪਤਾ ਲਗਾਉਣ ਲਈ ਮੈਂ ਇੱਥੇ ਆਇਆ ਸੀ ਅਤੇ ਤੁਹਾਡੇ ਗੁਆਂਢੀਆਂ ਤੋਂ ਪੁੱਛ ਪੜਤਾਲ ਕਰਕੇ ਜਾ ਕੇ ਰਾਗਨੀ ਭੈਣ ਨੂੰ ਸਾਰਾ ਕੁਝ ਵਿਸਥਾਰ ਨਾਲ ਦੱਸ ਦਿੱਤਾ ਸੀ। ਕਹਿਣ ਪਿੱਛੋਂ ਅਨਿਲ ਕੁਝ ਦੇਰ ਰੁਕ ਗਿਆ। ਉਸਨੇ ਪੀਣ ਵਾਲੇ ਪਾਣੀ ਦੀ ਦਰਕਾਰ ਕੀਤੀ। ਕੋਮਲ ਨੇ ਆਪਣੇ ਸਾਹਮਣੇ ਰੱਖੀ ਪਲੇਟ ਨਾਲ ਢਕਿਆ ਪਾਣੀ ਦਾ ਗਲਾਸ ਉਸਦੀ ਤਰਫ ਸਰਕਾਇਆ, ਜੋ ਉਹ ਗਟ-ਗਟ ਕਰਕੇ ਪੀ ਗਿਆ। ਇਸ ਤੋਂ ਬਾਅਦ ਉਸਨੇ ਅੱਗੇ ਦੱਸਣਾ ਸ਼ੁਰੂ ਕੀਤਾ। ਦੀਦੀ ਦੇ ਗਾਇਬ ਹੋ ਜਾਣ ਤੇ ਅੰਕਲ ਆਂਟੀ ਬੁਰੀ ਤਰ੍ਹਾਂ ਪਰੇਸ਼ਾਨ ਹੋ ਉੱਠੇ। ਅੰਕਲ ਜੀ ਦੀ ਸਿਹਤ ਪਹਿਲਾਂ ਤੋਂ ਹੀ ਠੀਕ ਨਹੀਂ ਚੱਲ ਰਹੀ ਸੀ। ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਸਾਰੀ ਸੱਚਾਈ ਦੱਸਣੀ ਪਈ, ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਆਤਮ ਹੱਤਿਆ ਕਰ ਲਈ। ਅਨਿਲ ਦੀ ਗੱਲ ਕੱਟਦਿਆਂ ਕੋਮਲ ਨੇ ਬਹੁਤ ਗੁੱਸੇ ਨਾਲ ਆਖਿਆ, ਜੀ। ਅਨਿਲ ਨੇ ਥੁੱਕ ਗਲ 'ਚੋਂ ਲਗਾਉਂਦਿਆਂ ਕਿਹਾ, ਤੇ ਦੀਦੀ, ਉਹਨਾਂ ਬਾਰੇ ਕੁਝ ਪਤਾ ਚੱਲਿਆ? ਹਾਂ, ਪੱਤਰਕਾਰੀ 'ਚੋਂ ਆਉਣ ਤੋਂ ਬਾਅਦ ਮੇਰਾ ਘੁੰਮਣਾ ਫਿਰਨਾ ਕਾਫੀ ਵੱਧ ਗਿਆ ਸੀ। ਹਜੇ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮ ਨਾਲ ਦਿੱਲੀ ਗਿਆ ਸੀ। ਮੈਂ ਬੱਸ ਰਾਹੀਂ ਜਾ ਰਿਹਾ ਸੀ ਕਿ ਮੇਰੀ ਨਿਗਾਹ ਅਚਾਨਕ ਫੁੱਟਪਾਥ ਤੇ ਪਈ। ਮੈਨੂੰ ਉੱਥੇ ਦੀਦੀ ਰਾਗਨੀ ਜਾਂਦੇ ਦਿਖਾਈ ਦਿੱਤੇ, ਪਰ ਬੱਸ 'ਚ ਹੋਣ ਦੀ ਵਜ੍ਹਾ ਕਰਕੇ ਮੈਂ ਉਹਨਾਂ ਨਾਲ ਮਿਲ ਨਹੀਂ ਪਾਇਆ। ਇਸ ਗੱਲ ਦਾ ਮੈਨੂੰ ਵੀ ਬਹੁਤ ਪਛਤਾਵਾ ਹੋ ਰਿਹਾ ਹੈ। ਅਨਿਲ ਦੀਆਂ ਇਹ ਗੱਲਾਂ ਸੁਣ ਕੇ ਕੋਮਲ ਨੂੰ ਰੋ ਦੇਣਾ ਚਾਹੀਦਾ ਸੀ। ਉਸਦੇ ਸਾਹਮਣੇ ਸਵਾਲਾਂ ਦੀ ਕਤਾਰ ਖੜੀ ਕਰ ਦੇਣੀ ਚਾਹੀਦੀ ਸੀ, ਪਰ ਉਸਨੇ ਅਜਿਹਾ ਕੁਝ ਨਹੀਂ ਕੀਤਾ। ਜੇਕਰ ਕੁਝ ਕੀਤਾ ਵੀ ਤਾਂ ਮਹਿਜ ਇੰਨਾ ਕਿ ਅਨਿਲ ਨੂੰ ਜ਼ੋਰਦਾਰ ਫਟਕਾਰ ਲਾਉਂਦਿਆਂ ਆਖਿਆ, ਅੱਜ ਦੇ ਬਾਅਦ ਇੱਥੇ ਭੁੱਲ ਕੇ ਵੀ ਨਾ ਵੜੀ। ਸਗੋਂ ਕਦੇ ਮੇਰੇ ਸਾਹਮਣੇ ਪੈਣ ਦੀ ਕੋਸ਼ਿਸ਼ ਵੀ ਨਾ ਕਰੇ, ਵਰਨਾ ਤੂੰ ਮੇਰਾ ਹੋਰ ਹੀ ਰੂਪ ਵੇਖੇਂਗਾ। ਅਗਾਂਹ ਤੇਰੇ ਲਈ ਬਿਹਤਰ ਇਹੋ ਹੋਵੇਗਾ ਕਿ ਤੂੰ ਚੁੱਪਚਾਪ ਇੱਥੋਂ ਨਿਕਲ ਜਾ। ਅਨਿਲ ਸਮਝ ਗਿਆ ਸੀ ਕਿ ਅਜਿਹੀ ਗੱਲ ਕਹਿਣ ਵਿੱਚ ਉਸਨੇ ਅਕਲਮੰਦੀ ਦਾ ਇਸਤੇਮਾਲ ਨਹੀਂ ਸੀ ਕੀਤਾ। ਅੱਗੇ ਉਸਦੀ ਬਿਹਤਰੀ ਵੀ ਇਸੇ ਗੱਲ ਵਿੱਚ ਸੀ ਕਿ ਉਹ ਚੁੱਪਚਾਪ ਉੱਥੋਂ ਖਿਸਕ ਜਾਏ। ਉਸਨੇ ਅਜਿਹਾ ਹੀ ਕੀਤਾ। ਮੂੰਹ ਤੋਂ ਇੱਕ ਸ਼ਬਦ ਵੀ ਕੱਢੇ ਬਗੈਰ ਉੱਥੋਂ ਰੁਖਸਤ ਹੋ ਗਿਆ। ਅਗਲਾ ਅੰਕ। ਤੜਕਸਾਰ ਹਜੇ ਹਨੇਰਾ ਹੀ ਸੀ। ਕੋਮਲ ਆਪਣੀ ਕਾਰ ਦੀ ਪਿਛਲੀ ਸੀਟ ਤੇ ਚੁੱਪਚਾਪ ਬੈਠੀ ਕੁਝ ਸੋਚ ਰਹੀ ਸੀ। ਅਚਾਨਕ ਉਸਨੇ ਡਰਾਈਵਰ ਨੂੰ ਪੁੱਛਿਆ, ਦਿੱਲੀ ਕਿੰਨੇ ਕੁ ਵਜੇ ਤੱਕ ਪਹੁੰਚ ਜਾਵਾਂਗੇ ਅਸੀਂ? 5-6 ਘੰਟੇ ਤਾਂ ਲੱਗ ਹੀ ਜਾਣਗੇ ਮੈਡਮ।
ਹਜੇ 5 ਵਜੇ ਹਨ। ਸਮਝ ਲਓ ਕਿ ਅਸੀਂ ਦਿਨ ਦੇ 10-11 ਵਜੇ ਤੱਕ ਦਿੱਲੀ 'ਚ ਹੋਵਾਂਗੇ। ਉਂਝ ਉੱਥੇ ਜਾਣਾ ਕਿਹੜੀ ਥਾਂ ਹੈ? ਉਹ ਦਿੱਲੀ ਪਹੁੰਚ ਕੇ ਹੀ ਦੱਸਾਂਗੀ। ਤੁਸੀਂ ਕੋਸ਼ਿਸ਼ ਕਰੋ ਕਿ ਜਿੰਨੀ ਜਲਦੀ ਹੋ ਸਕੇ ਦਿੱਲੀ ਪਹੁੰਚ ਜਾਈਏ। ਬਹੁਤ ਜ਼ਰੂਰੀ ਕੰਮ ਹੈ ਉੱਥੇ ਮੈਨੂੰ, ਕੋਮਲ ਨੇ ਕਿਹਾ। ਠੀਕ ਹੈ ਮੈਡਮ ਜੀ, ਕਹਿੰਦਿਆਂ ਡਰਾਈਵਰ ਨੇ ਗੱਡੀ ਦੀ ਰਫ਼ਤਾਰ ਥੋੜ੍ਹੀ ਹੋਰ ਵਧਾ ਦਿੱਤੀ। ਇਸ ਤੋਂ ਬਾਅਦ ਰਸਤੇ ਵਿੱਚ ਕੋਮਲ ਨੇ ਕੋਈ ਤਾਕੀਦ ਨਹੀਂ ਕੀਤੀ, ਨਾ ਹੀ ਕਿਤੇ ਕਾਰ ਰੁਕਵਾਈ। ਦਿਨ ਦੇ ਠੀਕ 10 ਵਜੇ ਉਹ ਲੋਕ ਦਿੱਲੀ ਦੇ ਬਾਈਪਾਸ ਮੋੜ ਤੇ ਜਾ ਪਹੁੰਚੇ। ਇੱਥੋਂ ਖੱਬੇ ਪਾਸੇ ਕਾਰ ਮੁੜਵਾ ਕੇ ਕਾਫੀ ਅੱਗੇ ਤੱਕ ਚਲਦੇ ਰਹਿਣ ਮਗਰੋਂ ਕੋਮਲ ਨੇ ਇੱਕ ਧਾਰਮਿਕ ਅਸਥਾਨ ਨੇੜੇ ਕਾਰ ਰੁਕਵਾ ਦਿੱਤੀ। ਉੱਥੇ ਸ਼ਰਧਾਲੂਆਂ ਦੀ ਬਹੁਤ ਭਾਰੀ ਸੰਗਤ ਸੀ। ਓ ਮਾਈ ਗੁੱਡਨੈਸ, ਐਨੀ ਸੰਗਤ! ਕੋਮਲ ਨੇ ਗੱਡੀ ਅੰਦਰ ਬੈਠੀ ਜਿਵੇਂ ਆਪਣੇ ਆਪ ਹੀ ਕਿਹਾ। ਫਿਰ ਉਹ ਡਰਾਈਵਰ ਨੂੰ ਕਹਿਣ ਲੱਗੀ, ਦੇਖੋ ਮੈਨੂੰ ਇੱਥੇ ਆਪਣੇ ਗੁਰੂ ਜੀ ਨਾਲ ਮਿਲਣ ਜਾਣਾ ਹੈ। ਕਾਫੀ ਟਾਈਮ ਲੱਗ ਜਾਏਗਾ, 8-10 ਘੰਟੇ ਵੀ ਲੱਗ ਸਕਦੇ ਹਨ। ਤੁਸੀਂ ਇੱਥੇ ਗੱਡੀ 'ਚ ਬੈਠ ਕੇ ਆਰਾਮ ਕਰਨਾ। ਇਸ ਜਗ੍ਹਾ ਜੇਕਰ ਧੁੱਪ ਚੜ੍ਹ ਆਈ ਤਾਂ ਗੱਡੀ ਕਿਤੇ ਛਾਂ ਵਿੱਚ ਖੜਾ ਲੈਣਾ, ਪਰ ਸ਼ਾਮ ਦੇ 6 ਵਜੇ ਤੱਕ ਗੱਡੀ ਨੂੰ ਇੱਥੇ ਹੀ ਲੈ ਆਇਓ। ਆਸ਼ਰਮ ਵਿੱਚ ਅਤੁੱਟ ਲੰਗਰ ਚੱਲਦਾ ਰਹਿੰਦਾ ਹੈ। ਭੁੱਖ ਪਿਆਸ ਲੱਗਣ ਤੇ ਉੱਥੋਂ ਵੀ ਖਾਣਾ ਵਗੈਰਾ ਛਕ ਸਕਦੇ ਹੋ। ਇਸ ਤੋਂ ਬਾਅਦ ਕੋਮਲ ਆਪਣਾ ਪਰਸ ਚੁੱਕੀ ਤੇਜ਼ ਕਦਮਾਂ ਨਾਲ ਧਾਰਮਿਕ ਅਸਥਾਨ ਦੇ ਵੱਲ ਵਧਦੀ ਹੋਈ ਭੀੜ 'ਚ ਓਝਲ ਹੋ ਗਈ। ਪਰ ਉਹ ਅੰਦਰ ਨਾ ਜਾ ਕੇ ਲੋਕਾਂ ਦੀ ਭੀੜ ਨੂੰ ਚੀਰਦੀ ਹੋਈ ਉਸ ਜਗ੍ਹਾ ਜਾ ਪਹੁੰਚੀ ਜਿੱਥੇ ਕਾਫੀ ਸਾਰੇ ਆਟੋ ਰਿਕਸ਼ਾ ਖੜੇ ਸਨ। ਇੱਕ ਆਟੋ ਡਰਾਈਵਰ ਨਾਲ ਗੱਲ ਕਰਦੇ ਹੋਏ ਉਸਨੇ ਕਿਹਾ, ਦੇਖੋ ਮੇਰਾ ਕੋਈ ਸਕੇ ਵਾਲਾ ਦਿੱਲੀ ਦੀ ਭੀੜ 'ਚ ਗਵਾਚ ਗਿਆ ਹੈ। ਉਹ ਥੋੜਾ ਮੰਦਬੁੱਧੀ ਹੈ। ਪੁਲਿਸ ਦੀ ਮਦਦ ਵੀ ਮੈਂ ਲੈ ਚੁੱਕੀ ਹਾਂ। ਹੁਣ ਖੁਦ ਉਸਨੂੰ ਭਾਲਣ ਆਈ ਹਾਂ। ਤੁਸੀਂ ਮੈਨੂੰ ਦਿੱਲੀ ਦੀ ਹਰ ਉਹ ਸੜਕ ਅਤੇ ਗਲੀ ਕੂਚਾ ਆਦਿ ਘੁਮਾ ਦਿਓ ਜਿੱਥੇ ਜਿੱਥੇ ਆਟੋ ਜਾ ਸਕਦਾ ਹੈ। ਮੀਟਰ ਤੇ ਜਿੰਨਾ ਕਿਰਾਇਆ ਬਣਿਆ ਉਸ ਤੋਂ ਕਿਤੇ ਜ਼ਿਆਦਾ ਮੈਂ ਤੁਹਾਨੂੰ ਦੇ ਦੇਵਾਂਗੀ। ਜੇਕਰ ਮੇਰਾ ਸਕੇ ਵਾਲਾ ਮਿਲ ਗਿਆ ਤਾਂ ਇਨਾਮ ਵਿੱਚ ਪਤਾ ਨਹੀਂ ਕਿੰਨਾ ਇੱਕ ਮੁਸ਼ਤ ਪੈਸਾ ਮੈਂ ਤੁਹਾਨੂੰ ਦੇਵਾਂ। ਬਸ ਇੰਨਾ ਜਾਣ ਲਓ ਕਿ ਤੁਹਾਨੂੰ ਇਹ ਕੰਮ ਸੱਚੇ ਮਨ ਨਾਲ ਕਰਨਾ ਹੈ। ਆਟੋ ਵਾਲਾ ਇੱਕ ਵੱਡੀ ਉਮਰ ਦਾ ਸਿੱਖ ਬੰਦਾ ਸੀ। ਕੋਮਲ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਸਨੇ ਦੋਵੇਂ ਹੱਥ ਉੱਪਰ ਚੁੱਕੇ ਅਤੇ ਵਾਹਿਗੁਰੂ ਨਾਲ ਅਰਦਾਸ ਕਰਦਿਆਂ ਕਿਹਾ, ਇਹ ਕੰਮ ਇੰਨਾ ਸੌਖਾ ਨਹੀਂ ਬੀਬੀ। ਦਿੱਲੀ ਛਾਣਨ ਵਿੱਚ ਇੱਕ ਦਿਨ ਤੱਕ ਹੀ 1 ਮਹੀਨਾ ਵੀ ਘੱਟ ਹੋਵੇਗਾ। ਫਿਰ ਇਹ ਕੋਈ ਜ਼ਰੂਰੀ ਨਹੀਂ ਕਿ ਜਿਨ੍ਹਾਂ ਰਸਤਿਆਂ ਤੇ ਅਸੀਂ ਜਾਵਾਂਗੇ ਤੁਹਾਡੇ ਸਕੇ ਵਾਲਾ ਵੀ ਉਹਨਾਂ ਰਸਤਿਆਂ ਤੇ ਉਸੇ ਵੇਲੇ ਘੁੰਮਦਾ ਸਾਨੂੰ ਮਿਲੇਗਾ। ਤੁਹਾਡੀ ਗੱਲ ਇੱਕਦਮ ਜਾਇਜ਼ ਹੈ, ਪਰ ਇਹ ਇੱਕ ਕੋਸ਼ਿਸ਼ ਹੈ। ਕਹਿੰਦੇ ਹਨ ਕਿ ਮਨ ਨਾਲ ਕੀਤੇ ਜਾਣ ਵਾਲੀ ਸੱਚੀ ਕੋਸ਼ਿਸ਼ ਵਿੱਚ ਹੀ ਸਫਲਤਾ ਲੁਕੀ ਹੁੰਦੀ ਹੈ। ਬਾਕੀ ਇਸ ਕੰਮ ਵਿੱਚ ਜੇਕਰ ਸਫਲਤਾ ਨਾ ਵੀ ਮਿਲੇ ਤਾਂ ਇਸ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹੋਏਗਾ। ਆਪਣੇ ਵਾਅਦੇ ਮੁਤਾਬਿਕ ਤੁਹਾਡਾ ਕਿਰਾਇਆ ਭਾੜਾ ਮੈਂ ਤੁਹਾਨੂੰ ਅਦਾ ਕਰ ਦੇਵਾਂਗੀ। ਚਲੋ ਠੀਕ ਹੈ ਬੀਬੀ, ਮੈਂ ਤਾਂ ਪਹਿਲਾਂ ਹੀ ਵਾਹਿਗੁਰੂ ਨਾਲ ਅਰਦਾਸ ਕਰ ਦਿੱਤੀ ਹੈ। ਤੁਸੀਂ ਬੈਠੋ ਅੰਦਰ, ਵਾਹਿਗੁਰੂ ਦਾ ਨਾਂ ਲੈ ਕੇ ਨਿਕਲਦੇ ਹਾਂ ਇਸ ਮਿਸ਼ਨ ਤੇ। ਕਹਿੰਦਿਆਂ ਸਿੱਖ ਡਰਾਈਵਰ ਨੇ ਆਟੋ ਸਟਾਰਟ ਕਰਕੇ ਮੀਟਰ ਡਾਊਨ ਕਰ ਦਿੱਤਾ। ਇਸ ਤੋਂ ਬਾਅਦ ਸਿਲਸਿਲਾ ਇਹ ਰਿਹਾ ਕਿ ਡਰਾਈਵਰ ਆਪਣੀ ਮਸਤੀ ਨਾਲ ਆਟੋ ਚਲਾਉਂਦਾ ਰਿਹਾ ਤੇ ਕੋਮਲ ਦੀਆਂ ਨਜ਼ਰਾਂ ਬਾਹਰ ਚਾਰੇ ਪਾਸੇ ਆਪਣੀ ਭੈਣ ਨੂੰ ਲੱਭਦੀਆਂ ਰਹੀਆਂ। ਉਸ ਦਿਨ ਲਗਾਤਾਰ 200 ਕਿਲੋਮੀਟਰ ਚੱਲਿਆ ਸੀ ਆਟੋ। ਡਰਾਈਵਰ ਨੇ ਕਿਤੇ ਕੋਈ ਕਸਰ ਨਹੀਂ ਛੱਡੀ ਸੀ। ਇਸ ਕੋਸ਼ਿਸ਼ ਦਾ ਕੋਈ ਫਾਇਦਾ ਨਹੀਂ ਹੋਇਆ। ਕੋਮਲ ਦੇ ਕਹਿਣ ਤੇ ਸ਼ਾਮੀ 7 ਵਜੇ ਆਟੋ ਡਰਾਈਵਰ ਉਹਨੂੰ ਉਸੇ ਥਾਂ ਛੱਡਣ ਆਇਆ ਜਿੱਥੋਂ ਉਸਨੇ ਆਟੋ ਸਟਾਰਟ ਕੀਤਾ ਸੀ। ਸੰਗਤ ਦੀ ਭੀੜ ਪਹਿਲਾਂ ਜਿੰਨੀ ਬੇਸ਼ੱਕ ਨਹੀਂ ਸੀ, ਪਰ ਇੰਨੀ ਘੱਟ ਵੀ ਨਹੀਂ ਸੀ। ਕਿਰਾਇਆ ਦਿੰਦਿਆਂ ਕੋਮਲ ਆਟੋ ਤੋਂ ਉਤਰ ਕੇ ਉੱਥੇ ਹੀ ਪਹੁੰਚ ਗਈ ਜਿੱਥੇ ਉਹਦੀ ਕਾਰ ਖੜੀ ਸੀ। ਉਸਦੀ ਯੋਜਨਾ ਕੋਈ ਕੰਮ ਨਹੀਂ ਸੀ ਆਈ। ਇੱਥੋਂ ਉਸਨੇ ਆਪਣੇ ਡਰਾਈਵਰ ਨੂੰ ਗੱਡੀ ਕਨਾਟ ਪੈਲੇਸ ਲੈ ਚੱਲਣ ਲਈ ਕਿਹਾ, ਜਿੱਥੇ ਉਸਨੇ ਇੱਕ ਵਧੀਆ ਕਮਰਾ ਹੋਟਲ 'ਚ ਲੈ ਲਿਆ। ਉਸ ਰਾਤ ਹੋਟਲ ਦੇ ਆਪਣੇ ਕਮਰੇ ਵਿੱਚ ਨਿਹਾਇਤ ਉਦਾਸੀ ਦੇ ਆਲਮ ਵਿੱਚ ਬੈਠੀ ਸੀ ਕੋਮਲ। ਦਿਨ ਭਰ ਉਸਨੇ ਕੁਝ ਨਹੀਂ ਖਾਧਾ ਸੀ ਅਤੇ ਨਾ ਹੀ ਉਸਦਾ ਹੁਣ ਕੁਝ ਖਾਣ ਨੂੰ ਮੂਡ ਹੀ ਸੀ। ਪਛਤਾਵੇ ਦੀਆਂ ਤੱਤੀਆਂ ਹਵਾਵਾਂ ਉਸਦੀ ਆਤਮਾ ਨੂੰ ਬੁਰੀ ਤਰ੍ਹਾਂ ਝੁਲਸਾ ਰਹੀਆਂ ਸਨ। ਉਸਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਇੰਨੀ ਵੱਡੀ ਦਿੱਲੀ ਵਿੱਚ ਆਖਰ ਆਪਣੀ ਭੈਣ ਨੂੰ ਲੱਭੇ ਤਾਂ ਲੱਭੇ ਕਿਸ ਤਰ੍ਹਾਂ। ਰਾਤ ਭਰ ਇਸੇ ਮੁੱਦੇ ਤੇ ਉਹ ਸੋਚਦੀ ਰਹੀ ਤਾਂ ਉਸਦੇ ਦਿਮਾਗ 'ਚ ਇੱਕ ਗੱਲ ਆਈ। ਸਵੇਰੇ ਉਸਨੇ ਇਸ ਯੋਜਨਾ ਦੇ ਬਾਰੇ ਹੋਟਲ ਦੇ ਮੈਨੇਜਰ ਨਾਲ ਸਲਾਹ ਮਸ਼ਵਰਾ ਕੀਤਾ।
ਸਾਰੀ ਗੱਲ ਸੁਣਨ ਪਿੱਛੋਂ ਉਹ ਕੋਮਲ ਦੀ ਇਸ ਯੋਜਨਾ ਤੇ ਕੰਮ ਕਰਨ ਲਈ ਸਹਿਮਤ ਹੋ ਗਿਆ। ਇਸ ਸਕੀਮ ਅਧੀਨ ਕੋਮਲ ਨੇ ਵੱਡੇ ਵੱਡੇ ਅੱਖਰਾਂ ਵਿੱਚ ਇੱਕ ਬਹੁਤ ਆਕਰਸ਼ਕ ਇਸ਼ਤਿਹਾਰ ਤਿਆਰ ਕਰਵਾਇਆ। ਮੇਰੀ ਪਿਆਰੀ ਭੈਣ ਰਾਗਨੀ, ਜਿੱਥੇ ਵੀ ਹੋਵੋ ਮੇਰੇ ਕੋਲ ਆ ਜਾਓ। ਇਸ ਦੇ ਹੇਠਾਂ ਹੋਟਲ ਦਾ ਪਤਾ ਅਤੇ ਫੋਨ ਨੰਬਰ ਦੇ ਦਿੱਤਾ ਗਿਆ ਸੀ। ਇਸ ਨੂੰ ਪ੍ਰਕਾਸ਼ਿਤ ਕਰਵਾਉਣ ਲਈ ਕਈ ਅਖਬਾਰਾਂ ਵਿੱਚ ਭੇਜਦੇ ਹੋਏ ਇਹਦਾ ਬਿੱਲ ਵੀ ਐਡਵਾਂਸ ਵਿੱਚ ਹੀ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਅਗਲੇ ਦਿਨ ਇਹ ਇਸ਼ਤਿਹਾਰ ਛਪਨੇ ਸਨ ਅਤੇ ਇਸ ਤੋਂ ਬਾਅਦ ਅੱਗੇ ਦੀ ਯੋਜਨਾ ਤੇ ਕੋਮਲ ਨੂੰ ਹਾਲੀ ਕੰਮ ਕਰਨਾ ਸੀ। ਮਗਰ ਇਸ ਤੋਂ ਪਹਿਲਾਂ ਅੱਜ ਦੇ ਰੋਜ਼ ਹੀ ਇੱਕ ਗਜਬ ਸੰਯੋਗ ਹੋ ਗਿਆ। ਸ਼ਾਮ ਦੇ ਵਕਤ ਕਿਸੇ ਖਰੀਦਦਾਰੀ ਲਈ ਕੋਮਲ ਚਾਂਦਨੀ ਚੌਕ ਗਈ ਸੀ। ਇਸ ਤੋਂ ਬਾਅਦ ਉਹ ਸੀਸ ਨਿਵਾਉਣ ਲਈ ਗੁਰਦੁਆਰਾ ਸੀਸਗੰਜ ਚਲੀ ਗਈ। ਬਾਹਰ ਨਿਕਲੀ ਤਾਂ ਦੇਖਿਆ ਕਿ ਉਸਦੀ ਰਾਗਨੀ ਦੀਦੀ ਪੈਦਲ ਹੀ ਉੱਥੋਂ ਲੰਘ ਰਹੀ ਸੀ। ਇੱਕ ਲੜਕਾ ਵੀ ਉਸਦੇ ਨਾਲ ਸੀ। ਕੋਮਲ ਦਾ ਮਨ ਹੋਇਆ ਕਿ ਉਹ ਆਪਣੀ ਦੀਦੀ ਨੂੰ ਆਵਾਜ਼ ਦੇ ਕੇ ਰੋਕ ਲਵੇ। ਫਿਰ ਉਸਨੂੰ ਲੱਗਿਆ ਕਿ ਇਸ ਤੋਂ ਕਿਤੇ ਸਾਰਾ ਖੇਡ ਹੀ ਨਾ ਵਿਗੜ ਜਾਏ। ਹੋ ਸਕਦਾ ਹੈ ਕਿ ਉਸਦੀ ਦੀਦੀ ਉਹਨੂੰ ਹਜੇ ਵੀ ਮਾਫ ਨਾ ਕਰੇ। ਤਾਂ ਉਸਨੇ ਛੇਤੀ ਛੇਤੀ ਪਹਿਲਾਂ ਗੁਰਦੁਆਰਾ ਸਾਹਿਬ ਵੱਲ ਮੂੰਹ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਆਖਰ ਉਸ ਅਕਾਲ ਪੁਰਖ ਦੀ ਮਿਹਰ ਉਸ ਤੇ ਹੋ ਗਈ ਸੀ। ਫਿਰ ਉਹ ਤੇਜ਼ ਕਦਮਾਂ ਨਾਲ ਉਸ ਪਾਸੇ ਤੁਰ ਪਈ ਜਿੱਧਰ ਨੂੰ ਰਾਗਨੀ ਗਈ ਸੀ। ਰਾਗਨੀ ਹਜੇ ਜ਼ਿਆਦਾ ਦੂਰ ਨਹੀਂ ਗਈ ਸੀ। ਕੋਮਲ ਲੁਕਦੀ ਲੁਕਾਉਂਦੀ ਉਸਦਾ ਪਿੱਛਾ ਕਰਦੀ ਰਹੀ। ਮੁੱਖ ਸੜਕ ਤੇ ਕਾਫੀ ਦੂਰ ਤੱਕ ਚਲਦੇ ਰਹਿਣ ਮਗਰੋਂ ਉਹ ਸੱਜੇ ਪਾਸੇ ਮੁੜ ਕੇ ਇੱਕ ਗਲੀ 'ਚ ਵੜੀ। ਫਿਰ ਅਗਾਂਹ ਜਾ ਕੇ ਇੱਕ ਕੂਚੇ ਦੇ ਛੋਟੇ ਜਿਹੇ ਮਕਾਨ ਦੇ ਅੰਦਰ ਚਲੀ ਗਈ। ਕੋਮਲ ਨੇ ਮਕਾਨ ਦੇ ਮੁੱਖ ਦਰਵਾਜ਼ੇ ਤੋਂ ਝਾਕਣ ਦਾ ਯਤਨ ਕਰਦਿਆਂ ਅੰਦਰ ਦਾ ਮੁਆਇਨਾ ਕੀਤਾ ਸੀ। ਉਸਨੇ ਦੇਖਿਆ ਸੀ ਕਿ ਰਾਗਨੀ ਨੇ ਮਕਾਨ ਦੇ ਅੰਦਰ ਜਾ ਕੇ ਸਾਹਮਣੇ ਪੈਣ ਵਾਲੇ ਕਮਰੇ ਤੇ ਲੱਗਿਆ ਤਾਲਾ ਖੋਲ੍ਹਿਆ। ਫਿਰ ਕੁੰਡੀ ਦਰਵਾਜ਼ਾ ਖੋਲ੍ਹਦੇ ਹੋਏ ਕਮਰੇ ਵਿੱਚ ਪ੍ਰਵੇਸ਼ ਕਰ ਗਈ। ਜ਼ਾਹਿਰ ਹੀ ਸੀ ਕਿ ਉੱਥੇ ਹੀ ਰਹਿੰਦੀ ਸੀ। ਕੋਮਲ ਨੇ ਇੱਥੇ ਹੀ ਪੈਂਦੀ ਪਸਾਰੀ ਦੀ ਇੱਕ ਦੁਕਾਨ ਤੇ ਜਾ ਕੇ ਦੁਕਾਨਦਾਰ ਤੋਂ ਪੁੱਛਗਿੱਛ ਕਰਕੇ ਉਸ ਜਗ੍ਹਾ ਦਾ ਪਤਾ ਵਗੈਰਾ ਤਮਾਮ ਵਿਸਥਾਰ ਨਾਲ ਨੋਟ ਕਰ ਲਿਆ। ਇਸ ਤੋਂ ਬਾਅਦ ਕੋਮਲ ਵਾਪਸ ਆਪਣੇ ਹੋਟਲ ਦੇ ਕਮਰੇ ਵਿੱਚ ਆ ਗਈ। ਸਭ ਤੋਂ ਪਹਿਲਾਂ ਕੰਮ ਤਾਂ ਅਖਬਾਰਾਂ ਵਿੱਚ ਛਪਣ ਵਾਲੇ ਲਾਪਤਾ ਇਸ਼ਤਿਹਾਰ ਰੋਕਣ ਦਾ ਕੀਤਾ ਗਿਆ। ਪੈਸੇ ਵਾਪਸ ਨਹੀਂ ਹੋਏ, ਅਲਬੱਤਾ ਇਸ਼ਤਿਹਾਰ ਕੱਢ ਦਿੱਤੇ ਗਏ। ਅੱਗੇ ਕੋਮਲ ਨੇ ਹੋਟਲ ਮੈਨੇਜਰ ਜ਼ਰੀਏ ਹੀ ਇੱਕ ਪ੍ਰਾਈਵੇਟ ਜਾਸੂਸ ਨਾਲ ਸੰਪਰਕ ਕੀਤਾ। ਇਸ ਨੂੰ ਰਾਗਨੀ ਦਾ ਪਤਾ ਦੇ ਕੇ ਕੰਮ ਸੌਂਪਿਆ ਗਿਆ ਕਿ ਉਹ ਇਸ ਪਤੇ ਤੇ ਰਹਿਣ ਵਾਲੀ ਔਰਤ ਬਾਰੇ ਸਾਰੀਆਂ ਜਾਣਕਾਰੀਆਂ ਜੁਟਾ ਕੇ ਲਿਆਵੇ। ਜਾਸੂਸ ਨੇ ਅਗਲੇ ਦਿਨ ਹੀ ਇਹ ਤਮਾਮ ਜਾਣਕਾਰੀਆਂ ਲਿਆ ਕੇ ਕੋਮਲ ਮੂਹਰੇ ਰੱਖ ਦਿੱਤੀਆਂ ਕਿ ਉਹ ਇੱਕ ਵਿਧਵਾ ਔਰਤ ਹੈ ਅਤੇ ਉਸਦਾ ਨਾਂ ਰਾਗਨੀ ਹੈ। ਕਾਫੀ ਤਰਸਯੋਗ ਹਾਲਤ ਵਿੱਚ ਉਹ ਉੱਥੇ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ। ਉਸਦੇ ਨਾਲ ਉਹਦਾ ਬੇਟਾ ਵੀ ਰਹਿੰਦਾ ਹੈ ਜਿਸ ਦਾ ਨਾਂ ਭਾਰਤ ਹੈ। ਇਹ ਔਰਤ ਕੋਈ ਛੋਟੀ ਮੋਟੀ ਨੌਕਰੀ ਕਰਕੇ ਬੜੀ ਮੁਸ਼ਕਲ ਨਾਲ ਆਪਣੇ ਮੁੰਡੇ ਨੂੰ ਪਾਲ ਰਹੀ ਹੈ। ਜਾਸੂਸ ਦੇ ਦੱਸੇ ਅਨੁਸਾਰ ਉੱਥੇ ਆਂਢ ਗੁਆਂਢ ਦੇ ਲੋਕੀ ਇਸ ਗੱਲ ਤੇ ਉਸ ਵਿਧਵਾ ਦਾ ਖੂਬ ਮਜ਼ਾਕ ਉਡਾਇਆ ਕਰਦੇ ਹਨ ਕਿ ਉਹ ਆਪਣੇ ਪੁੱਤਰ ਨੂੰ ਲੈ ਕੇ ਬਹੁਤ ਸ਼ੇਖੀ ਮਾਰਦੀ ਫਿਰਦੀ ਹੈ। ਕੋਈ ਵੀ ਉਸਦੇ ਪੁੱਤਰ ਸੰਬੰਧੀ ਗੱਲ ਕਰੇ ਤਾਂ ਉਹ ਛੁੱਟਦਿਆਂ ਹੀ ਆਖ ਦਿੰਦੀ ਹੈ ਕਿ ਉਹ ਉਸਨੂੰ ਇੰਜੀਨੀਅਰ ਬਣਾਏਗੀ। ਤਦ ਇਸ ਗੱਲ ਤੇ ਸਾਰੇ ਉਹਦਾ ਮਜ਼ਾਕ ਬਣਾਉਂਦੇ ਹਨ ਕਿ ਗੁਜ਼ਾਰਾ ਤਾਂ ਬਾਮੁਸ਼ਕਿਲ ਹੁੰਦਾ ਹੈ ਇਸ ਜਨਾਨੀ ਦਾ, ਪਰ ਮੁੰਡੇ ਨੂੰ ਇੰਜੀਨੀਅਰ ਬਣਾਉਣ ਦੀਆਂ ਡੀਂਗਾਂ ਹਾਕਣ ਤੋਂ ਬਾਜ਼ ਨਹੀਂ ਆਉਂਦੀ।